इस वीडियो ਲੈਕਚਰ ਵਿੱਚ ਆਪਾਂ ਗ੍ਰੇਡ 12th ਦੇ ਹਿਸਟਰੀ ਦੇ 6th ਥੀਮ ਨੂੰ ਕੰਟੀਨਿਊ ਕਰਨ ਜਾ ਰਹੇ ਹਾਂ। ਭਗਤੀ ਸੂਫੀ ਟ੍ਰੈਡੀਸ਼ਨਸ ਪਾਰਟ 2 ਕਰਨ ਜਾ ਰਹੇ ਹਾਂ। ਇੱਕ ਪਾਰਟ ਪਹਿਲਾਂ ਇਸ ਲੈਸਨ ਦਾ ਬਣ ਚੁੱਕਾ ਹੈ। ਇਸ ਵਿੱਚ ਆਪਾਂ ਰਿਲੇਸ਼ਨਸ ਵਿਦ ਦਾ ਸਟੇਟ ਪੁਆਇੰਟ ਤੋਂ ਸਟਾਰਟ ਕਰਨ ਜਾ ਰਹੇ ਹਾਂ। ਆਪਣੇ ਪਹਿਲੇ ਟੌਪਿਕ ਵਿੱਚ ਆਪਾਂ ਅਲਵਰਸ ਤੇ ਨਿਆਨਾਰਸ ਬਾਰੇ ਪੜ੍ਹਿਆ ਸੀ, ਉਹਨਾਂ ਦੇ ਬਾਰੇ ਅੱਗੇ ਹੋਰ ਡਿਟੇਲ ਵੇਖਦੇ ਹਾਂ। ਇਸ ਟੌਪਿਕ ਵਿੱਚ ਆਪਾਂ ਦੇਖਾਂਗੇ ਕਿ ਰਾਜੇ ਮਹਾਰਾਜੇ ਭਗਤੀ ਟ੍ਰੈਡੀਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਸਨ। ਇਹ ਜੋ ਅਲਵਰਸ ਤੇ ਨਿਆਨਾਰਸ ਵਾਲਾ ਭਗਤੀ ਟ੍ਰੈਡੀਸ਼ਨ ਸੀ, ਇਸ ਨੂੰ ਕਿਸ ਤਰ੍ਹਾਂ ਰਾਜੇ ਮਹਾਰਾਜੇ ਕਿਸ ਤਰ੍ਹਾਂ ਵੇਖਦੇ ਸਨ। ਭਗਤੀ ਟ੍ਰੈਡੀਸ਼ਨ ਮੇਨਲੀ ਸਾਊਥ ਇੰਡੀਆ ਵੱਲ ਸੀ ਤੇ ਉੱਥੇ ਸਾਊਥ ਇੰਡੀਆ ਵਿੱਚ ਚੀਫਡਮਸ ਹੁੰਦੇ ਸੀ। ਇਹ ਆਪਾਂ ਚੈਪਟਰ 2 ਵਿੱਚ ਵੀ ਪੜ੍ਹਿਆ ਸੀ। ਉਸ ਸਮੇਂ ਜੋ ਚੀਫਡਮਸ ਡਿਵੈਲਪ ਹੋਏ ਸੀ, ਚੋਲਾਜ਼, ਚੀਰਾਜ਼, ਪਾਂਡਿਆਜ਼ 6th to 9th ਸੈਂਚਰੀ ਵਿੱਚ ਇਹ ਸੀ। ਇਹ ਲੋਕ ਕਿਸੇ ਨਾ ਕਿਸੇ ਟ੍ਰੈਡੀਸ਼ਨ ਨੂੰ ਫੋਲੋ ਕਰਦੇ ਸੀ। ਉਹਨਾਂ ਨੂੰ ਲੈਂਡ ਵਗੈਰਾ ਦਾਨ ਕਰ ਦਿੰਦੇ, ਉਹਨਾਂ ਦੇ ਮੰਦਿਰ ਬਣਵਾ ਦਿੰਦੇ। ਹੁਣ ਦੇਖਦੇ ਹਾਂ ਭਗਤੀ ਟ੍ਰੈਡੀਸ਼ਨ ਵੱਲ ਇਹਨਾਂ ਦਾ ਕਿਹੋ ਜਿਹਾ ਨਜ਼ਰੀਆ ਸੀ। ਹੁਣ ਜਿਵੇਂ ਬੁੱਧਿਜ਼ਮ ਤੇ ਜੈਨਿਜ਼ਮ ਨੂੰ ਰਾਜੇ ਮਹਾਰਾਜਿਆਂ ਵੱਲੋਂ ਬਹੁਤ ਘੱਟ ਸਪੋਰਟ ਮਿਲਦਾ ਸੀ, ਕਿਉਂਕਿ ਇਹ ਚਾਹੁੰਦੇ ਸੀ ਕਿ ਸਭ ਕੁਝ ਬਰਾਬਰ ਹੋਵੇ, ਸਾਰਿਆਂ ਨੂੰ ਬਰਾਬਰ ਸਮਝਿਆ ਜਾਵੇ। ਇਸ ਲਈ ਰਾਜੇ ਮਹਾਰਾਜੇ ਇਹਨਾਂ ਬੁੱਧਿਜ਼ਮ ਤੇ ਜੈਨਿਜ਼ਮ ਨੂੰ ਬਹੁਤ ਘੱਟ ਸਪੋਰਟ ਕਰਦੇ ਸੀ। ਤੇ ਜੋ ਤਾਮਿਲ ਹਾਈਮਜ਼ ਹੁੰਦੇ ਸੀ, ਧਾਰਮਿਕ ਗੀਤ ਵਗੈਰਾ, ਕਵਿਤਾਵਾਂ ਵਗੈਰਾ, ਇਹ ਵੀ ਬੁੱਧਿਜ਼ਮ ਤੇ ਜੈਨਿਜ਼ਮ ਦੇ ਹੱਕ ਵਿੱਚ ਨਹੀਂ ਬੋਲਦੇ ਸੀ, ਕਿਉਂਕਿ ਇਹਨਾਂ ਦੇ ਆਪਣੇ ਭਗਵਾਨ ਸੀ ਤੇ ਉਹ ਉਹਨਾਂ ਨੂੰ ਹੀ ਸਪੋਰਟ ਕਰਦੇ ਸੀ। ਹੁਣ ਬੁੱਧਿਜ਼ਮ, ਜੈਨਿਜ਼ਮ ਤੇ ਭਗਤੀ ਟ੍ਰੈਡੀਸ਼ਨ ਵਿੱਚ ਇੱਕ ਤਰ੍ਹਾਂ ਦਾ ਕੰਪੀਟੀਸ਼ਨ ਜਿਹਾ ਰਹਿੰਦਾ ਸੀ। ਇਹ ਸ਼ਾਹੀ ਸਪੋਰਟ ਪ੍ਰਾਪਤ ਕਰਨ ਲਈ ਆਪਸ ਵਿੱਚ ਝਗੜਦੇ ਰਹਿੰਦੇ ਸੀ, ਕਿਉਂਕਿ ਰਾਜਿਆਂ ਦੀ ਨਜ਼ਰ ਵਿੱਚ ਜੋ ਵੀ ਚੰਗਾ ਹੋਵੇਗਾ ਉਸ ਨੂੰ ਹੀ ਸ਼ਾਹੀ ਸਪੋਰਟ ਮਿਲੇਗੀ, ਚਾਹੇ ਬੁੱਧਿਜ਼ਮ ਹੋਵੇ ਜਾਂ ਜੈਨਿਜ਼ਮ ਹੋਵੇ ਜਾਂ ਭਗਤੀ ਅੰਦੋਲਨ ਹੋਵੇ। ਇਹਨਾਂ ਦੇ ਵਿੱਚ ਕੀ ਹੈ, ਭਗਤੀ ਟ੍ਰੈਡੀਸ਼ਨ ਹੋਵੇ, ਇਹਨਾਂ ਦੇ ਵਿੱਚ ਆਪਸ ਵਿੱਚ ਕੀ ਹੈ, ਇੱਕ ਖਿਚੋਤਾਣ ਜਿਹੀ ਬਣੀ ਰਹਿੰਦੀ ਤੇ ਤਾਂ ਜੋ ਕੀ ਹੈ ਇਹ ਰਾਜੇ ਦੀ ਸਪੋਰਟ ਪ੍ਰਾਪਤ ਕਰ ਸਕਣ। ਜਿਸ ਤੋਂ ਵੀ ਰਾਜੇ ਖੁਸ਼ ਹੁੰਦੇ ਸੀ ਉਹਨਾਂ ਨੂੰ ਹੀ ਉਹ ਲੈਂਡ ਵਗੈਰਾ ਦਾਨ ਕਰਦੇ ਸੀ, ਉਹਨਾਂ ਦੇ ਮੰਦਿਰ ਵਗੈਰਾ ਬਣਾਉਂਦੇ, ਧਾਰਮਿਕ ਸਥਾਨ ਵਗੈਰਾ ਬਣਾ ਦਿੰਦੇ। ਇਸ ਲਈ ਇਹਨਾਂ ਤਿੰਨਾਂ ਵਿੱਚ ਰਾਜਿਆਂ ਤੋਂ ਸਹੂਲਤਾਂ ਪ੍ਰਾਪਤ ਕਰਨ ਲਈ ਇੱਕ ਕੰਪੀਟੀਸ਼ਨ ਰਹਿੰਦਾ। ਹੁਣ ਜੋ ਪਾਵਰਫੁਲ ਚੋਲਾਜ਼ ਰੂਲਰ ਸਨ, ਉਹਨਾਂ ਨੇ ਭਗਤੀ ਟ੍ਰੈਡੀਸ਼ਨ ਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਸੀ। ਫੋਰ ਐਗਜ਼ਾਮਪਲ, ਇੱਕ ਟੈਂਪਲ ਬਣਵਾਇਆ ਗਿਆ ਚਿਦੰਬਰਮ ਥਾਨੇਜ਼ਵਰ ਵਿੱਚ ਇਹ ਟੈਂਪਲ ਬਣਾਇਆ ਗਿਆ ਸੀ। ਤੇ ਗਾਂਗੀ ਕੌਂਡਾ ਚੋਲਾਪੁਰਮ ਵਿੱਚ ਇੱਥੇ ਵੀ ਕਈ ਟੈਂਪਲ ਇੱਥੇ ਬਣਵਾਏ ਗਏ ਸਨ। ਗਾਂਗੀ ਕੌਂਡਾ ਚੋਲਾਪੁਰਮ ਦੇ ਵਿੱਚ ਵੀ ਟੈਂਪਲਸ ਬਣਵਾਏ ਗਏ ਸਨ। ਸ਼ਿਵ ਦੇ ਬਹੁਤ ਵੱਡੇ ਵੱਡੇ ਸਟੋਨ ਸਟੈਚੂਜ਼ ਵੀ ਬਣਾਏ ਗਏ। ਇਸ ਤਰ੍ਹਾਂ ਜਿੰਨੇ ਵੀ ਚੋਲਾ ਰੂਲਰ ਸੀ, ਇਹਨਾਂ ਨੇ ਭਗਤੀ ਅੰਦੋਲਨ ਨੂੰ ਸਪੋਰਟ ਕੀਤਾ। ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ, ਇਹ ਜੋ ਚੋਲਾਜ਼ ਰੂਲਰ ਸੀ ਜਾਂ ਚੀਰੀਆ ਸੀ, ਪਾਂਡਿਆ ਸੀ, ਇਹ ਜੈਨਿਜ਼ਮ ਤੇ ਬੁੱਧਿਜ਼ਮ ਨੂੰ ਸਪੋਰਟ ਨਹੀਂ ਕਰਦੇ ਸੀ। ਪਰ ਚੋਲਾਜ਼ ਜੋ ਸੀ, ਇਹਨਾਂ ਨੇ ਮੇਨ ਤੌਰ ਤੇ ਕੀ ਹੈ, ਭਗਤੀ ਜੋ ਮੂਵਮੈਂਟ ਸੀ, ਇਹਨਾਂ ਨੂੰ ਉਹਨਾਂ ਨੇ ਕੀ ਹੈ, ਕਾਫੀ ਸਪੋਰਟ ਕੀਤਾ। ਹੁਣ ਆਪਾਂ ਜੋ ਇਹ ਸੋਚੀਏ ਕਿ ਜੋ ਰੂਲਰ ਸੀ, ਇਹਨਾਂ ਨੂੰ ਕੀ ਲੋੜ ਸੀ ਇਹਨਾਂ ਦੀ ਸਪੋਰਟ ਕਰਨ ਦੀ ਤੇ ਆਪਣਾ ਪੈਸਾ ਬਰਬਾਦ ਕਰਨ ਦੀ। ਇਹ ਇਸ ਲਈ ਸੀ ਕਿ ਰੂਲਰਸ ਦੀ ਇਹ ਜਨਤਾ ਸੀ। ਇਹ ਲੋਕ ਉਸ ਸਮੇਂ ਕਿਹੜੇ ਸੀ, ਇਹ ਸੀ ਵਿਲਾਲਾ ਪੀਜ਼ੈਂਟਸ। ਇਹ ਲੋਕ ਕੀ ਸੀ, ਇਹਨਾਂ ਰੂਲਰਸ ਦੀ ਜਨਤਾ ਸੀ ਵਿਲਾਲਾ ਪੀਜ਼ੈਂਟਸ। ਇਹ ਜੋ ਸਾਰੀ ਜਨਤਾ ਸੀ ਸਾਊਥ ਇੰਡੀਆ ਵਿੱਚ, ਇਹ ਵਿਲਾਲਾ ਪੀਜ਼ੈਂਟ ਸੀ। ਜਿੰਨਾ ਵੀ ਵਿਲਾਲਾ ਪੀਜ਼ੈਂਟਸ ਨੇ, ਇਹ ਕੀ ਹੈ, ਮੋਸਟਲੀ ਇਹ ਭਗਤੀ ਟ੍ਰੈਡੀਸ਼ਨ ਹੀ ਫੋਲੋ ਕਰਦੇ ਸੀ। ਜਿੰਨੇ ਵੀ ਇਹ ਵਿਲਾਲਾ ਪੀਜ਼ੈਂਟ ਸੀ, ਭਗਤੀ ਅੰਦੋਲਨ ਨੂੰ ਫੋਲੋ ਕਰਦੇ ਸੀ। ਤੇ ਹੁਣ ਰਾਜਾ ਦਾ ਕੰਮ ਕੀ ਹੈ, ਆਪਣੀ ਜਨਤਾ ਨੂੰ ਖੁਸ਼ ਰੱਖਣਾ। ਇਸੇ ਲਈ ਰਾਜੇ ਵੀ ਹੁਣ ਭਗਤੀ ਅੰਦੋਲਨ ਨੂੰ ਹੀ ਸਪੋਰਟ ਕਰਦੇ ਸੀ ਤੇ ਉਹਨਾਂ ਨੂੰ ਲੈਂਡ ਵਗੈਰਾ ਦਿੰਦੇ ਸੀ। ਉਹ ਇਹ ਵੀ ਦਾਅਵਾ ਕਰਦੇ ਸੀ ਕਿ ਸਾਨੂੰ ਭਗਵਾਨ ਦੇ ਵੱਲੋਂ ਹੀ ਇਹ ਆਰਡਰ ਹੈ ਕਿ ਅਸੀਂ ਟੈਂਪਲਸ ਬਣਵਾਈਏ। ਇਹ ਜੋ ਚੋਲਾਜ਼ ਰੂਲਰ ਸੀ, ਇਹ ਦਾਅਵਾ ਕਰਿਆ ਕਰਦੇ ਸੀ ਕਿ ਸਾਨੂੰ ਭਗਵਾਨ ਵੱਲੋਂ ਹੀ ਆਰਡਰ ਮਿਲਿਆ ਹੋਇਆ ਹੈ ਕਿ ਅਸੀਂ ਟੈਂਪਲਸ ਵਗੈਰਾ ਬਣਾਈਏ। ਇਸ ਤਰ੍ਹਾਂ ਵੱਡੇ ਵੱਡੇ ਟੈਂਪਲ ਬਣਵਾਏ ਗਏ। ਉਹ ਆਪਣੀ ਪਾਵਰ ਨੂੰ ਇਸ ਤਰ੍ਹਾਂ ਕੀ ਹੈ, ਸ਼ੋਅ ਕਰਿਆ ਕਰਦੇ ਸੀ ਲੋਕਾਂ ਦੇ ਵਿੱਚ। ਜਿੰਨੀਆਂ ਵੀ ਤਾਮਿਲ ਹਾਈਮ ਸੀ, ਪੋਇਮਸ ਵਗੈਰਾ, ਆਰਤੀਆਂ ਵਗੈਰਾ ਜੋ ਗਾਈਆਂ ਜਾਂਦੀਆਂ, ਬੋਲੀਆਂ ਜਾਂਦੀਆਂ ਤਾਮਿਲ ਭਾਸ਼ਾ ਵਿੱਚ ਸੀ, ਜੋ ਉਹਨਾਂ ਨੂੰ ਤਾਮਿਲ ਟੈਕਸਟ ਵਿੱਚ ਹੀ ਰਿਕਾਰਡ ਕੀਤਾ ਗਿਆ, ਜਿਸ ਦਾ ਨਾਮ ਸੀ ਤਿਵਾਰਮ। ਇਹ ਇੱਕ ਨੰਬਰ ਦਾ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਇਹ ਜੋ ਤਾਮਿਲ ਹਾਇਮ ਸੀ, ਪੋਇਮ ਸੀ, ਆਰਤੀਆਂ ਵਗੈਰਾ ਸੀ, ਵੀ ਉਹਨਾਂ ਨੂੰ ਜੋ ਤਾਮਿਲ ਟੈਕਸਟ ਵਿੱਚ ਇਹਨਾਂ ਨੂੰ ਕੀ ਹੈ ਲਿਖਿਆ ਗਿਆ ਸੀ, ਇਸ ਦਾ ਕੀ ਨਾਮ ਸੀ? ਤਿਵਾਰਮ।
ਇੱਕ ਨੰਬਰ ਦਾ ਕੁਐਸਚਨ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਹੈ। ਇੱਕ ਹੋਰ ਚੋਲਾ ਰੂਲਰ ਸੀ ਪਰੰਤਕਾ 1। ਪਰੰਤਕਾ 1 ਇਹ ਕੀ ਸੀ, ਇੱਕ ਹੋਰ ਚੋਲਾ ਰੂਲਰ ਸੀ। ਇਹਨਾਂ ਨੇ ਮੈਟਲ ਇਮੇਜਸ ਜੋ ਸੀਗੀਆਂ ਇਹ ਬਣਵਾਈਆਂ ਅਪਰ ਦੀਆਂ ਤੇ ਸੰਬੰਦਰ ਅਤੇ ਸੁੰਦਰਮ ਦੀਆਂ। ਸ਼ਿਵਾ ਟੈਂਪਲਸ ਵਿੱਚ ਇਹ ਜੋ ਮੂਰਤੀਆਂ ਸੀ ਲਗਾਈਆਂ ਗਈਆਂ, ਜੋ ਮੈਟਲਸ ਦੀਆਂ ਇਮੇਜਸ ਬਣਾਈਆਂ ਗਈਆਂ ਸਨ ਅਪਰ ਦੀਆਂ, ਸੰਬੰਦਰਨ ਅਤੇ ਸੁੰਦਰਮ ਦੀਆਂ। ਇਹਨਾਂ ਵਿੱਚ ਤੁਸੀਂ ਹੁਣ ਕੀ ਹੈ, ਅਲਵਰਸ ਦੇ ਜੋ ਸੇਂਟਸ ਵਗੈਰਾ ਕਹਿ ਸਕਦੇ ਹੋ ਤੁਸੀਂ, ਇਹਨਾਂ ਨੂੰ ਗੁਰੂ ਕਹਿ ਸਕਦੇ ਹੋ, ਇਹਨਾਂ ਦੀਆਂ ਮੂਰਤੀਆਂ ਵੀ ਬਣਵਾਈਆਂ ਗਈਆਂ। ਜੋ ਅਲਵਰਸ ਦੇ ਸੇਂਟ ਵਗੈਰਾ ਸਨ, ਗੁਰੂ ਸਨ, ਉਹਨਾਂ ਦੀਆਂ ਮੂਰਤੀਆਂ ਵੀ ਬਣਵਾਈਆਂ ਗਈਆਂ। ਇਹ ਮੂਰਤੀਆਂ ਮੈਟਲ ਦੀਆਂ ਬਣਵਾਈਆਂ ਹੁੰਦੀਆਂ ਸਨ। ਇਸ ਵਿੱਚ ਇਹਨਾਂ ਰੂਲਰਸ ਨੇ ਇਕੱਲੇ ਭਗਵਾਨ ਸ਼ਿਵਾ ਜਾਂ ਵਿਸ਼ਨੂੰ ਆਦਿ ਦੀਆਂ ਮੂਰਤੀਆਂ ਹੀ ਨਹੀਂ ਬਣਵਾਈਆਂ, ਬਲਕਿ ਜੋ ਇਸ ਤਰ੍ਹਾਂ ਦੇ ਸੇਂਟਸ ਜਾਂ ਗੁਰੂ ਸਨ ਉਹਨਾਂ ਦੀਆਂ ਵੀ ਮੂਰਤੀਆਂ ਬਣਵਾਈਆਂ, ਤਾਂ ਕਿ ਉਹ ਲੋਕਾਂ ਦਾ ਕੀ ਹੈ ਵੀ ਇੱਕ ਸਪੋਰਟ ਪ੍ਰਾਪਤ ਕਰ ਸਕਣ, ਕਿਉਂਕਿ ਲੋਕ ਜਿਨ੍ਹਾਂ ਨੂੰ ਮੰਨਦੇ ਸਨ ਉਹਨਾਂ ਲੋਕਾਂ ਦੀਆਂ ਹੀ ਇਹ ਕੀ ਹੈ ਮੂਰਤੀਆਂ ਵਗੈਰਾ, ਉਹਨਾਂ ਦੇ ਗੁਰੂਆਂ ਦੀਆਂ ਹੀ ਮੂਰਤੀਆਂ ਵਗੈਰਾ ਇਹ ਬਣਵਾਉਂਦੇ ਸਨ ਰਾਜੇ, ਅਤੇ ਲੋਕਾਂ ਦੀ ਸਪੋਰਟ ਇਸ ਤਰ੍ਹਾਂ ਇਹਨਾਂ ਨੂੰ ਪ੍ਰਾਪਤ ਹੁੰਦੀ ਸੀ। ਥਰਡ ਪੁਆਇੰਟ ਹੈ ਦਾ ਵਿਰਾਸਿਵਾ ਟ੍ਰੈਡੀਸ਼ਨ ਇਨ ਕਰਨਾਟਕਾ। ਹੁਣ ਅਲਵਰ ਤੇ ਨਿਆਨਾਰ ਬਾਰੇ ਆਪਾਂ ਪੜ੍ਹ ਲਿਆ ਹੈ। ਇੱਥੇ ਆਪਾਂ ਇੱਕ ਨਵਾਂ ਟ੍ਰੈਡੀਸ਼ਨ ਪੜ੍ਹਾਂਗੇ ਕਰਨਾਟਕਾ ਵਿੱਚ। 12ਵੀਂ ਸਦੀ ਵਿੱਚ ਕਰਨਾਟਕਾ ਅੰਦਰ ਇੱਕ ਨਵਾਂ ਟ੍ਰੈਡੀਸ਼ਨ ਬਣ ਗਿਆ, ਜਿਸ ਨੂੰ ਇੱਕ ਬ੍ਰਾਹਮਣ ਨੇ ਸਟਾਰਟ ਕੀਤਾ ਸੀ, ਜਿਸ ਦਾ ਨਾਮ ਸੀ ਬਸਾਵਨਾ। ਇਹ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਜੋ ਇਹ ਵਿਰਾਸਿਵਾ ਟ੍ਰੈਡੀਸ਼ਨ ਸੀ ਕਰਨਾਟਕਾ ਵਿੱਚ ਕਿਸ ਨੇ ਸਟਾਰਟ ਕੀਤਾ ਸੀ? ਬਸਾਵਨਾ। ਇਹ ਇੱਕ ਬ੍ਰਾਹਮਣ ਸੀ, ਬਸਾਵਨਾ ਨਾਮ ਦਾ ਬ੍ਰਾਹਮਣ ਸੀ। ਤੇ ਬਸਾਵਨਾ ਜੋ ਸੀ ਇਹ ਇੱਕ ਮਿਨਿਸਟਰ ਸੀ ਕਾਲਾਚੁਰੀ ਰੂਲਰ ਦੀ ਕੋਰਟ ਵਿੱਚ। ਕਿਸ ਰੂਲਰ ਦੀ ਕੋਰਟ ਵਿੱਚ? ਕਲਾਚੁਰੀ ਰੂਲਰ ਦੀ ਕੋਰਟ ਦੇ ਵਿੱਚ ਇਹ ਕੀ ਹੈ, ਇੱਕ ਮਿਨਿਸਟਰ ਸੀ। ਇਹਨਾਂ ਨੇ ਇੱਕ ਟ੍ਰੈਡੀਸ਼ਨ ਸਟਾਰਟ ਕੀਤਾ ਜਿਸ ਨੂੰ ਕਿਹਾ ਗਿਆ ਵਿਰਾਸਵਾ ਟ੍ਰੈਡੀਸ਼ਨ। ਜੋ ਇਸ ਟ੍ਰੈਡੀਸ਼ਨ ਦੇ ਫਾਲੋਅਰ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਲਿੰਗਾਇਤ, ਮੀਨਸ ਹੀਰੋ ਆਫ ਸ਼ਿਵਾ। ਲਿੰਗਾਇਤ ਅੱਜ ਵੀ ਕਰਨਾਟਕਾ ਵਿੱਚ ਹਨ। ਉਹ ਸ਼ਿਵ ਦੀ ਮੂਰਤੀ ਦੀ ਨਹੀਂ ਬਲਕਿ ਸ਼ਿਵਲਿੰਗ ਦੀ ਪੂਜਾ ਕਰਦੇ ਹਨ, ਤੇ ਅੱਜ ਵੀ ਕਰਦੇ ਹਨ। ਇਹਨਾਂ ਵਿੱਚ ਮੇਲ ਲੋਕ ਜੋ ਹੁੰਦੇ ਸੀ ਉਹ ਆਪਣੇ ਲੈਫਟ ਸ਼ੋਲਡਰ ਦੇ ਨਾਲ ਇੱਕ ਛੋਟਾ ਜਿਹਾ ਲਿੰਗ ਲਟਕਾ ਕੇ ਰੱਖਦੇ ਸਨ ਇੱਕ ਸਿਲਵਰ ਦੇ ਕੇਸ ਅੰਦਰ। ਜੇ ਤੁਹਾਨੂੰ ਇੱਕ ਨੰਬਰ ਦਾ ਇਹ ਕੁਐਸਚਨ ਪੁੱਛਿਆ ਜਾਵੇ ਤਾਂ ਤੁਸੀਂ ਬਸ ਇੰਨਾ ਹੀ ਲਿਖ ਦੇਣਾ ਹੈ, ਇੰਨਾ ਹੀ ਕਾਫੀ ਹੈ। ਇਸ ਦੇ ਕੁਝ ਸਪੈਸ਼ਲ ਬਿਲੀਵ ਸਨ, ਇਹਨਾਂ ਦੇ ਵਿਸ਼ਵਾਸ ਸਨ ਕੁਝ ਸਪੈਸ਼ਲ, ਜਿਵੇਂ ਕਿ ਇਹ ਪੁਨਰ ਜਨਮ ਵਿੱਚ ਵਿਸ਼ਵਾਸ ਨਹੀਂ ਕਰਦੇ ਸੀ। ਇਹਨਾਂ ਦਾ ਮੰਨਣਾ ਸੀ ਕਿ ਜਦ ਇੱਕ ਵਾਰ ਇਨਸਾਨ ਮਰ ਜਾਂਦਾ ਹੈ ਤਾਂ ਉਹ ਸ਼ਿਵਾ ਦੇ ਨਾਲ ਜਾ ਕੇ ਮਿਲ ਜਾਂਦਾ ਹੈ। ਇਹਨਾਂ ਦੇ ਵਿੱਚ ਜਦ ਵੀ ਕਿਸੇ ਦੀ ਮੌਤ ਹੁੰਦੀ ਸੀ ਤਾਂ ਉਸਦਾ ਦਾਹ ਸੰਸਕਾਰ ਨਹੀਂ ਕਰਦੇ ਸੀ, ਇਹ ਅਗਨੀ ਭੇਂਟ ਨਹੀਂ ਕਰਦੇ ਸੀ ਉਸਨੂੰ, ਬਲਕਿ ਉਸਨੂੰ ਜ਼ਮੀਨ ਵਿੱਚ ਦਫਨਾ ਦਿੰਦੇ ਸੀ। ਤੇ ਇਹਨਾਂ ਨੇ ਬ੍ਰਾਹਮਣਾਂ ਦੁਆਰਾ ਚਲਾਏ ਕਾਸਟਿਜ਼ਮ ਤੇ ਪੋਲਿਊਸ਼ਨ ਦੀ ਪ੍ਰਥਾ ਨੂੰ ਚੈਲੰਜ ਕੀਤਾ। ਜਿਵੇਂ ਬ੍ਰਾਹਮਣ ਤਾਂ ਕੀ ਹੈ, ਅਲੱਗ-ਅਲੱਗ ਛੋਟੀਆਂ ਵੱਡੀਆਂ ਕਾਸਟਸ ਦੇ ਵਿੱਚ ਲੋਕਾਂ ਨੂੰ ਵੰਡਿਆ ਹੋਇਆ ਸੀ ਬ੍ਰਾਹਮਣਸ ਨੇ, ਅਤੇ ਉਹ ਨੀਵੀਆਂ ਜਾਤੀਆਂ ਨੂੰ ਕੀ ਮੰਨਦੇ ਸੀ ਕਿ ਇਹ ਵੱਡੀਆਂ ਜਾਤੀਆਂ ਨੂੰ ਪੋਲਿਊਟ ਕਰ ਦਿੰਦੇ ਹਨ ਜੇਕਰ ਛੂਹ ਲੈਣ ਉਹਨਾਂ ਨੂੰ ਜਾਂ ਉਹਨਾਂ ਦੇ ਸਾਹਮਣੇ ਵੀ ਆ ਜਾਣ। ਇਸ ਤਰ੍ਹਾਂ ਇਹਨਾਂ ਨੇ ਕੀ ਹੈ ਬ੍ਰਾਹਮਣਾਂ ਦੇ ਇਸ ਜੋ ਕਾਸਟਿਜ਼ਮ ਵਗੈਰਾ ਸੀ ਇਸ ਨੂੰ ਕੀ ਹੈ ਇਹਨਾਂ ਨੇ ਚੈਲੰਜ ਕੀਤਾ, ਕਿਉਂਕਿ ਬ੍ਰਾਹਮਣ ਕੁਝ ਜਾਤੀਆਂ ਨੂੰ ਕੀ ਹੈ ਇਹ ਛੋਟਾ ਮੰਨਦੇ ਸਨ ਤੇ ਉਹਨਾਂ ਨੂੰ ਪੋਲਿਊਟਡ ਮੰਨਦੇ ਹੁੰਦੇ ਸੀ। ਇੱਕ ਤਰ੍ਹਾਂ ਨਾਲ ਇਹ ਕਾਸਟ ਸਿਸਟਮ ਵਿੱਚ ਰਿਫਾਰਮਰ ਸਿੱਧ ਹੋਏ, ਸੁਧਾਰਕ ਸਿੱਧ ਹੋਏ ਕਾਸਟ ਸਿਸਟਮ ਦੇ ਵਿੱਚ। ਹੁਣ ਜੋ ਵੀ ਨੀਵੀਆਂ ਜਾਤੀਆਂ ਵਾਲੇ ਲੋਕ ਸਨ ਕਰਨਾਟਕਾ ਵਿੱਚ ਉਹ ਵਿਰਾਸਵਾ ਟ੍ਰੈਡੀਸ਼ਨ ਨੂੰ ਫੋਲੋ ਕਰਨ ਲੱਗੇ। ਸਭ ਤੋਂ ਵੱਡਾ ਕੁਐਸਚਨ ਚਿੰਨ ਇਹਨਾਂ ਨੇ ਰੀਬਰਥ ਤੇ ਲਗਾਇਆ, ਜੋ ਪੁਨਰ ਜਨਮ ਹੈ ਜਿਸ ਦੇ ਬਾਰੇ ਮੈਂ ਹੁਣੇ ਗੱਲ ਕੀਤੀ ਹੈ। ਇਸ ਗੱਲ ਉੱਤੇ ਕੀ ਹੈ ਇਹਨਾਂ ਨੇ ਇੱਕ ਵੱਡਾ ਕੁਐਸਚਨ ਚਿੰਨ ਲਗਾਇਆ। ਹੁਣ ਜਿਵੇਂ ਵੇਦਾਸ ਜੋ ਬ੍ਰਾਹਮਣਾਂ ਨੇ ਬਣਾਏ ਸਨ ਵੇਦ, ਉਹ ਕੀ ਕਹਿੰਦੇ ਸੀ ਕਿ ਮਨੁੱਖ ਦਾ ਦੁਬਾਰਾ ਜਨਮ ਹੁੰਦਾ ਹੈ, ਪਰ ਵਿਰਾਸਵਾ ਟ੍ਰੈਡੀਸ਼ਨ ਵਾਲੇ ਕੀ ਕਹਿੰਦੇ ਸੀ ਕਿ ਮਰਨ ਤੋਂ ਬਾਅਦ ਅਸੀਂ ਧਰਤੀ ਤੇ ਨਹੀਂ ਆਵਾਂਗੇ ਬਲਕਿ ਸ਼ਿਵਾ ਦੇ ਨਾਲ ਹੀ ਅਸੀਂ ਮਿਲ ਜਾਵਾਂਗੇ। ਇਹਨਾਂ ਨੇ ਬਾਲ ਵਿਆਹ ਦਾ ਵੀ ਵਿਰੋਧ ਕੀਤਾ ਸੀਗਾ, ਤੇ ਨਾਲ ਹੀ ਇਹਨਾਂ ਨੇ ਵਿਧਵਾ ਦੇ ਦੁਬਾਰਾ ਵਿਆਹ ਨੂੰ ਵੀ ਠੀਕ ਠਹਿਰਾਇਆ ਸੀ। ਇਸ ਤਰ੍ਹਾਂ ਚੰਗੀਆਂ ਚੰਗੀਆਂ ਗੱਲਾਂ ਨੂੰ ਵਿਰਾਸਵਾ ਟ੍ਰੈਡੀਸ਼ਨ ਦੇ ਜੋ ਲੋਕ ਸਨ ਉਹ ਅੱਗੇ ਲੈ ਕੇ ਆਏ। ਸਾਨੂੰ ਇਹਨਾਂ ਵਿਰਾਸਵਾ ਦੀਆਂ ਸਾਰੀਆਂ ਗੱਲਾਂ ਬਾਰੇ ਪਤਾ ਲੱਗਦਾ ਹੈ ਵਿਆਖਿਆਨਾਸ ਤੋਂ ਪਤਾ ਲੱਗਦਾ ਹੈ। ਇੱਕ ਬੁੱਕ ਸੀ ਜੋ ਕੀ ਹੈ ਕਨੜਾ ਲੈਂਗੁਏਜ ਵਿੱਚ ਲਿਖੀ ਹੋਈ ਸੀ, ਜਿਸ ਦੇ ਬਾਰੇ ਸਾਨੂੰ ਕਿਸ ਦੇ ਬਾਰੇ ਪਤਾ ਲੱਗਦਾ ਹੈ? ਵਿਰਾਸਵਾ ਟ੍ਰੈਡੀਸ਼ਨ ਦੇ ਬਾਰੇ ਕਿਸ ਬੁੱਕ ਤੋਂ ਪਤਾ ਲੱਗਦਾ ਹੈ? ਵਿਕਾਨਸ ਤੋਂ, ਜੋ ਕਿਸ ਲੈਂਗੁਏਜ ਵਿੱਚ ਲਿਖੀ ਸੀ?
ਕਨੜਾ ਲੈਂਗੁਏਜ ਵਿੱਚ। 1 ਨੰਬਰ ਦਾ ਕੁਐਸਚਨ ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਉਹਨਾਂ ਔਰਤਾਂ ਤੇ ਆਦਮੀਆਂ ਦੁਆਰਾ ਇਹ ਬੁੱਕ ਲਿਖੀ ਗਈ ਸੀ ਜਿਨ੍ਹਾਂ ਨੇ ਇਹ ਮੂਵਮੈਂਟ ਚਲਵਾਇਆ ਸੀ। 4th ਪੁਆਇੰਟ ਹੈ ਰਿਲੀਜੀਅਸ ਫਰਮੈਂਟ ਇਨ ਨਾਰਥ ਇੰਡੀਆ। ਹੁਣ ਵੇਖੋ ਸਾਊਥ ਇੰਡੀਆ ਵਾਲੇ ਪਾਸੇ ਕਿਸ ਤਰ੍ਹਾਂ ਦੇ ਟ੍ਰੈਡੀਸ਼ਨ ਸਨ ਉਹ ਤਾਂ ਆਪਾਂ ਦੇਖ ਹੀ ਲਿਆ ਹੈ, ਜਿਵੇਂ ਸ਼ਿਵਾ ਹੋ ਗਿਆ, ਵਿਸ਼ਨੂੰ, ਦੇਵੀਆਂ ਹੋ ਗਈਆਂ, ਤੇ ਪੋਇਟ ਸੇਂਟ ਸੀ, ਅਲਵਰ ਸੀ, ਨਿਆਨਾਰ ਸੀ, ਇਹਨਾਂ ਬਾਰੇ ਆਪਾਂ ਪੜ੍ਹ ਲਿਆ ਹੈ ਜੋ ਕੀ ਹੈ ਸਾਊਥ ਇੰਡੀਆ ਵਾਲੇ ਪਾਸੇ ਸੀ। ਤੇ ਹੁਣ ਆਪਾਂ ਕੀ ਹੈ ਨਾਰਥ ਇੰਡੀਆ ਬਾਰੇ ਪੜ੍ਹਦੇ ਹਾਂ। ਇੱਥੇ ਵੀ ਵਿਸ਼ਨੂੰ, ਸ਼ਿਵਾ ਤੇ ਗੋਡੈਸ ਦੀ ਪੂਜਾ ਹੁੰਦੀ ਸੀ, ਦੇਵੀਆਂ ਦੀ ਪੂਜਾ ਹੁੰਦੀ ਸੀ, ਪਰ ਇਸ ਪਾਸੇ ਸਾਨੂੰ ਨਾ ਹੀ ਅਲਵਰ ਟ੍ਰੈਡੀਸ਼ਨ ਦੇ ਕੋਈ ਟ੍ਰੇਸਸ ਮਿਲੇ ਹਨ ਤੇ ਨਾ ਹੀ ਨਿਆਨਾਰ ਟ੍ਰੈਡੀਸ਼ਨ ਦੇ। ਕਿਸ ਸਾਈਡ ਉੱਤੇ? ਨਾਰਥ ਇੰਡੀਆ ਦੇ ਵੱਲ। ਸਿਰਫ ਇਹ ਸਿਰਫ ਕੀ ਹੈ ਲਾਰਡ ਸ਼ਿਵਾ ਤੇ ਵਿਸ਼ਨੂੰ ਦੀ ਪੂਜਾ ਹੀ ਕਰਦੇ ਸੀ ਮੇਨਲੀ। ਇਸ ਸਮੇਂ ਇੱਧਰ ਰਾਜਪੂਤਾਂ ਦਾ ਰੂਲ ਸੀ ਤੇ ਉਹ ਬ੍ਰਾਹਮਣ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਸੀ। ਉਹਨਾਂ ਦੇ ਸਾਹਮਣੇ ਕੋਈ ਨਹੀਂ ਬੋਲ ਸਕਦਾ ਸੀ ਬ੍ਰਾਹਮਣ ਦੇ ਸਾਹਮਣੇ, ਈਵਨ ਰਾਜਾ ਆਪ ਵੀ ਉਹਨਾਂ ਦੀ ਹਰੇਕ ਗੱਲ ਮੰਨਦਾ ਸੀ। ਹੁਣ ਜੋ ਬ੍ਰਾਹਮਣਾਂ ਨੇ ਜੋ ਵੀ ਜਾਤ ਪਾਤ ਸੰਬੰਧੀ ਰੂਲਸ ਇੱਧਰ ਬਣਾਏ ਹੋਏ ਸਨ ਉਹੀ ਮੰਨੇ ਜਾਂਦੇ ਸੀ। ਹੁਣ ਇਸ ਸਮੇਂ ਅਲੱਗ-ਅਲੱਗ ਧਰਮ ਹੋਰ ਵੀ ਪੈਦਾ ਹੋਏ, ਸ਼ੁਰੂ ਹੋ ਗਏ ਨਵੇਂ ਧਰਮ ਨਾਰਥ ਇੰਡੀਆ ਵਾਲੇ ਪਾਸੇ, ਜਿਵੇਂ ਨਾਸ ਹੋ ਗਏ, ਜੋਗੀਜ਼ ਹੋ ਗਏ, ਸਿੱਧ ਹੋ ਗਏ। ਇਹ ਜੋ ਰਿਲੀਜਨ ਸਨ ਇਹਨਾਂ ਵਿੱਚ ਬਹੁਤੇ ਕਾਰੀਗਰ ਸਨ ਤੇ ਇਹਨਾਂ ਕਾਰੀਗਰ ਗਰੁੱਪਸ ਦੇ ਵਿੱਚੋਂ ਹੀ ਸਨ, ਜੁਲਾਹੇ ਵਗੈਰਾ ਸਨ, ਤੇ ਇਹ ਆਪਣੇ ਵਪਾਰ ਵੱਲ ਜ਼ਿਆਦਾ ਧਿਆਨ ਦਿੰਦੇ ਸਨ। ਇਹ ਜੋ ਨਾਸ ਸਨ, ਜੋਗੀ ਸਨ, ਸਿੱਧ ਸਨ, ਜ਼ਿਆਦਾ ਇਹ ਕੀ ਆ ਕਾਰੀਗਰ ਕੈਟਾਗਰੀ ਦੇ ਵਿੱਚੋਂ ਸਨ, ਕਾਰੀਗਰ ਗਰੁੱਪਸ ਦੇ ਵਿੱਚੋਂ ਸਨ ਤੇ ਆਪਣੇ ਵਪਾਰ ਵੱਲ ਇਹ ਜ਼ਿਆਦਾ ਧਿਆਨ ਦਿੰਦੇ ਸੀ। ਇਹਨਾਂ ਨਵੇਂ ਰਿਲੀਜਨਸ ਨੇ ਵੇਦਾਂ ਦੀ ਅਥਾਰਟੀ ਨੂੰ ਵੰਗਾਰਿਆ। ਇਹ ਵੀ ਜੋ ਪੰਡਤਾਂ ਦੇ ਵੇਦ ਵਗੈਰਾ ਸੀ ਉਹਨਾਂ ਨੂੰ ਇਹ ਵੀ ਨਹੀਂ ਮੰਨਦੇ ਸੀ। ਇਹ ਨਾਸ, ਜੋਗੀਸ ਤੇ ਸਿੱਧਾਂ ਨੇ ਕੀ ਹੈ ਵੇਦਾਂ ਨੂੰ ਇਹਨਾਂ ਨੇ ਕੀ ਹੈ ਵੰਗਾਰਿਆ, ਪਰ ਇਹ ਸਿਰਫ ਲੋਕਲ ਲੋਕਾਂ ਦੇ ਵਿੱਚ ਹੀ ਪਾਪੂਲਰ ਹੋ ਸਕੇ। ਜੋ ਰਾਜੇ ਸੀ, ਰਾਜਪੂਤ ਰਾਜੇ, ਉਹ ਇਹਨਾਂ ਨੂੰ ਕੋਈ ਮਹੱਤਵ ਨਹੀਂ ਦਿੰਦੇ ਸੀ। ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਜੋ ਰਾਜਪੂਤ ਸੀ, ਰਾਜੇ ਸੀ, ਜਿਨ੍ਹਾਂ ਬਾਰੇ ਆਪਾਂ ਹੁਣ ਪੜ੍ਹ ਰਹੇ ਹਾਂ, ਉਹ ਤਾਂ ਬ੍ਰਾਹਮਣਾਂ ਦੀ ਹਰ ਗੱਲ ਮੰਨਦੇ ਸੀ ਤੇ ਬ੍ਰਾਹਮਣਾਂ ਨੂੰ ਹੀ ਸਪੋਰਟ ਕਰਦੇ ਸੀ। ਤੇ ਇਹਨਾਂ ਨਾਸ ਨੂੰ, ਜੋਗੀਜ਼ ਨੂੰ ਅਤੇ ਸਿੱਧ ਨੂੰ, ਇਹਨਾਂ ਨੂੰ ਉਹ ਕੀ ਆ ਕੋਈ ਜ਼ਿਆਦਾ ਸਪੋਰਟ ਉਹ ਨਹੀਂ ਦਿੰਦੇ ਸੀ। ਨਾਰਥ ਇੰਡੀਆ ਵਿੱਚ ਇੱਕ ਹੋਰ ਨਵਾਂ ਐਲੀਮੈਂਟ, ਇੱਕ ਹੋਰ ਨਵਾਂ ਧਰਮ ਸਾਹਮਣੇ ਆ ਰਿਹਾ ਸੀ। ਇਸ ਤੋਂ ਪਹਿਲਾਂ ਜਿਵੇਂ ਰਾਜਪੂਤ ਸਨ, ਇਵੇਂ ਉਹ ਇੰਡੀਆ ਵਿੱਚ ਮਿਕਸਅਪ ਕਿਸ ਤਰ੍ਹਾਂ ਵੀ ਇੱਕ ਨਵਾਂ ਧਰਮ ਸਾਹਮਣੇ ਆ ਰਿਹਾ ਸੀ, ਕਿਸ ਤਰ੍ਹਾਂ ਉਹ ਇੰਡੀਆ ਦੇ ਵਿੱਚ ਮਿਕਸਅਪ ਹੋਏ। ਇਹ ਕੀ ਸੀ? ਕਮਿੰਗ ਆਫ ਦਾ ਤੁਰਕ ਆ ਰਹੇ ਸਨ। ਜਦ ਦਿੱਲੀ ਸਲਤਨਤ ਸਥਾਪਿਤ ਹੋਈ ਉਦੋਂ ਤੋਂ ਇਸਲਾਮ ਇੰਡੀਆ ਵਿੱਚ ਹੁਣ ਆਇਆ। ਹੁਣ ਰਾਜਪੂਤ ਹਾਰਨ ਲੱਗੇ ਸੀ, ਜਿਨ੍ਹਾਂ ਬਾਰੇ ਆਪਾਂ ਹੁਣ ਪਹਿਲਾਂ ਪੜ੍ਹ ਕੇ ਹਟਿਆ। ਰਾਜਪੂਤ ਹਾਰਨ ਲੱਗੇ ਸੀ, ਦਿੱਲੀ ਸਲਤਨਤ ਸਥਾਪਿਤ ਹੋਣ ਲੱਗ ਪਈ ਸੀ, ਤੁਰਕ ਸਥਾਪਿਤ ਹੋਣ ਲੱਗ ਪਏ ਸੀ। ਹੁਣ ਜਦ ਰਾਜਪੂਤਾਂ ਦੀਆਂ ਸਟੇਟਸ ਘੱਟ ਹੋਣ ਲੱਗੀਆਂ ਤਾਂ ਬ੍ਰਾਹਮਣਾਂ ਦੀ ਪੋਜੀਸ਼ਨ ਵੀ ਘੱਟ ਹੋਣ ਲੱਗੀ ਸੀ, ਕਿਉਂਕਿ ਰਾਜਪੂਤ ਹੀ ਉਹਨਾਂ ਨੂੰ ਸੰਰਕਸ਼ਣ ਦਿੰਦੇ ਸੀ, ਰਾਜਪੂਤ ਉਹਨਾਂ ਦੀ ਹਰ ਇੱਕ ਗੱਲ ਮੰਨਦੇ ਸੀ। ਤੇ ਜਦ ਰਾਜਪੂਤ ਹੀ ਹੁਣ ਹਾਰਨੇ ਸ਼ੁਰੂ ਹੋ ਗਏ ਸਨ, ਤੁਰਕ ਵਗੈਰਾ ਆਉਣੇ ਸ਼ੁਰੂ ਹੋ ਗਏ ਸਨ, ਦਿੱਲੀ ਸਲਤਨਤ ਬਣ ਗਈ ਸੀ, ਤੇ ਹੁਣ ਕੀ ਆ ਬ੍ਰਾਹਮਣਾਂ ਦੀ ਪੋਜੀਸ਼ਨ ਵੀ ਘਟਣ ਲੱਗੀ ਸੀ। ਹੁਣ ਨਾ ਰਾਜਪੂਤ ਰਹੇ ਤੇ ਨਾ ਹੀ ਬ੍ਰਾਹਮਣ ਰਹੇ। ਹੁਣ ਕਲਚਰ ਵਿੱਚ ਵੀ ਇੱਕ ਚੇਂਜ ਆ ਰਿਹਾ ਸੀ। ਹੁਣ ਸੂਫੀ ਆਉਣੇ ਸਟਾਰਟ ਹੋ ਗਏ ਸੀ। ਕਿਸ ਤਰ੍ਹਾਂ ਉਹ ਡਿਵੈਲਪ ਹੋਏ? ਮੇਨਲੀ ਇਸ ਵਿੱਚ ਆਪਾਂ ਇਸਲਾਮ ਬਾਰੇ ਪੜ੍ਹਾਂਗੇ। ਇਹ ਜੋ ਸੂਫੀ ਸਨ, ਇਸਲਾਮ ਧਰਮ ਨਾਲ ਸੰਬੰਧਿਤ ਸਨ, ਇਸਲਾਮ ਬਾਰੇ ਆਪਾਂ ਅੱਗੇ ਪੜ੍ਹਾਂਗੇ। 5th ਪੁਆਇੰਟ ਹੈ ਤੁਹਾਡਾ ਨਿਊ ਸਟ੍ਰੈਂਡਸ ਇਨ ਦਾ ਫੈਬਰਿਕ ਇਸਲਾਮਿਕ ਟ੍ਰੈਡੀਸ਼ਨ। ਇਸ ਵਿੱਚ ਆਪਾਂ ਹੁਣ 7ਵੀਂ ਸਦੀ ਦੀ ਗੱਲ ਕਰਾਂਗੇ, ਜਦ ਅਰਬ ਟ੍ਰੇਡਰਸ ਸੈਂਟਰਲ ਇੰਡੀਆ ਵਿੱਚ ਆਏ, ਸਾਡੇ ਇੰਡੀਆ ਵਿੱਚ ਆਏ ਤੇ ਸਾਡੇ ਦੇਸ਼ ਵਿੱਚ ਇਸਲਾਮਿਕ ਟ੍ਰੈਡੀਸ਼ਨ ਡਿਵੈਲਪ ਹੋਣ ਲੱਗਿਆ। ਕੌਣ ਆਏ? ਅਰਬ ਟ੍ਰੇਡਰਸ ਆਏ 7ਵੀਂ ਸਦੀ ਦੇ ਵਿੱਚ। 5.1 ਫੇਸ ਆਫ ਰੂਲਰਸ ਐਂਡ ਸਬਜੈਕਟਸ। ਇਹ ਜੋ ਅਰਬ ਰੂਲਰਸ ਆਏ, ਤੁਰਕ ਆਏ ਸੀ, ਅਫਗਾਨਸ ਆਏ ਸੀ, ਇਹਨਾਂ ਦੇ ਕਿਸ ਤਰ੍ਹਾਂ ਦੇ ਵਿਸ਼ਵਾਸ ਸਨ? 711 ਵਿੱਚ ਅਰਬ ਜਨਰਲ ਆਏ ਮੁਹੰਮਦ ਕਾਸਿਮ ਤੇ ਉਹਨਾਂ ਨੇ ਸਿੰਧ ਨੂੰ ਜਿੱਤ ਲਿਆ। ਸਿੰਧ ਹੁਣ ਕੈਲਿਫ ਕਿੰਗਡਮ ਦਾ ਇੱਕ ਹਿੱਸਾ ਬਣ ਗਿਆ ਸੀ। ਬਾਅਦ ਵਿੱਚ ਤੁਰਕ ਤੇ ਅਫਗਾਨ ਆਏ ਤੇ ਉਹਨਾਂ ਨੇ ਦਿੱਲੀ ਸਲਤਨਤ ਦੀ ਸਥਾਪਨਾ ਕੀਤੀ ਤੇ ਫਿਰ ਦਿੱਲੀ ਸਲਤਨਤ ਡੈਕਨ ਤੇ ਇੰਡੀਆ ਦੇ ਹੋਰ ਭਾਗਾਂ ਵਿੱਚ ਵੀ ਫੈਲਿਆ। ਇਸਲਾਮ ਇਹਨਾਂ ਤੁਰਕਸ ਦਾ, ਅਰਬਸ ਦਾ ਤੇ ਅਫਗਾਨਾਂ ਦਾ ਜਾਣਿਆ ਪਹਿਚਾਣਿਆ ਧਰਮ ਸੀ। ਇਸਲਾਮ ਧਰਮ ਸੀ ਇਹਨਾਂ ਦਾ, ਤੁਰਕਸ ਦਾ ਵੀ ਤੇ ਅਰਬ ਲੋਕ ਸਨ ਜੋ ਅਫਗਾਨ ਸਨ। ਇਸਲਾਮ ਧਰਮ ਇਹਨਾਂ ਦਾ ਜਾਣਿਆ ਪਹਿਚਾਣਿਆ ਧਰਮ ਸੀ। ਇਸ ਤੋਂ ਬਾਅਦ 16ਵੀਂ ਸਦੀ ਵਿੱਚ ਮੁਗਲ ਐਮਪਾਇਰ ਬਣ ਗਈ ਤੇ 18ਵੀਂ ਸਦੀ ਵਿੱਚ ਹੋਰ ਵੀ ਕਈ ਸਟੇਟਸ ਹੋਂਦ ਵਿੱਚ ਆ ਗਏ। ਇਹਨਾਂ ਸਾਰੇ ਮੁਸਲਿਮ ਰੂਲਰਸ ਨੂੰ ਉਲਮਾ ਦੁਆਰਾ ਗਾਈਡ ਕੀਤਾ ਜਾਂਦਾ ਸੀ, ਭਾਵ ਉਹਨਾਂ ਨੂੰ ਉਹ ਦੱਸਦੇ ਸੀ ਕਿ ਕਿਸ ਤਰੀਕੇ ਨਾਲ ਰਾਜ ਕਰਨਾ ਹੈ। ਉਲਮਾ ਨੇ ਮੁਸਲਿਮ ਰੂਲਰਸ ਨੂੰ ਕੀ ਹੈ
ਸ਼ਰੀਆਤ ਦੇ ਅਨੁਸਾਰ ਰੂਲ ਕਰਨ ਲਈ ਕਿਹਾ। ਹੁਣ ਇਹ ਰੂਲਰਸ ਮੁਸਲਮਾਨਾਂ ਨੂੰ ਤਾਂ ਸ਼ਰੀਆ ਦੇ ਅਨੁਸਾਰ ਭਾਵ ਕੁਰਾਨ ਦੇ ਰੂਲਾਂ ਦੇ ਅਨੁਸਾਰ ਸ਼ਾਸਨ ਕਰਾ ਲੈਣਗੇ, ਉਹਨਾਂ ਨੂੰ ਕਹਿ ਦੇਣਗੇ ਕਿ ਤੁਸੀਂ ਐਸੇ ਅਨੁਸਾਰ ਹੀ ਕੀ ਹੈ ਵੀ ਰੂਲ ਕਰਨਾ ਹੈ, ਜਾਂ ਆਪਣਾ ਰੂਲ ਕਿਹਨਾਂ ਦੇ ਉੱਤੇ, ਆਮ ਜਨਤਾ ਦੇ ਉੱਤੇ ਸ਼ਰੀਆ ਦੇ ਅਨੁਸਾਰ ਰੂਲ ਕਰ ਲੈਣਗੇ। ਪਰ ਭਾਰਤ ਵਿੱਚ ਹੋਰ ਧਰਮਾਂ ਦੇ ਵੀ ਬਹੁਤ ਸਾਰੇ ਲੋਕ ਸਨ, ਹੁਣ ਉਹਨਾਂ ਦਾ ਕੀ ਹੋਵੇਗਾ? ਉਲਮਾ ਨੇ ਹੁਣ ਇਹਨਾਂ ਨੂੰ ਰੂਲਰਸ ਨੂੰ ਕਹਿ ਦਿੱਤਾ, ਜੋ ਇਸਲਾਮ ਰੂਲਰ ਸਨ, ਇਹ ਜੋ ਤੁਰਕ ਸਨ, ਅਰਬ ਸਨ, ਅਫਗਾਨ ਸਨ, ਉਲਮਾ ਦੇ ਦੁਆਰਾ ਇਹਨਾਂ ਨੂੰ ਦੱਸਿਆ ਜਾਂਦਾ ਸੀ। ਉਲਮਾ ਕੀ ਹੈ, ਇੱਕ ਤਰ੍ਹਾਂ ਦੇ ਇਹਨਾਂ ਦੇ ਟੀਚਰ ਹੀ ਸਨ। ਉਹ ਇਹਨਾਂ ਨੂੰ ਦੱਸਦੇ ਸਨ ਕਿ ਰਾਜ ਕਿਸ ਤਰ੍ਹਾਂ ਕਰਨਾ ਹੈ, ਤੇ ਉਹ ਰਾਜ ਵੀ ਕਿਸ ਤਰ੍ਹਾਂ ਕਰਨਾ ਹੈ, ਕੁਰਾਨ ਦੇ ਸ਼ਰੀਆ ਦੇ ਨਿਯਮਾਂ ਦੇ ਅਨੁਸਾਰ ਉਹਨਾਂ ਨੇ ਰਾਜ ਕਰਨ ਬਾਰੇ ਦੱਸਿਆ ਉਲਮਾ ਲੋਕਾਂ ਨੇ ਇਹਨਾਂ ਨੂੰ। ਪਰ ਹੁਣ ਭਾਰਤ ਵਿੱਚ ਇਕੱਲੇ ਮੁਸਲਮਾਨ ਤਾਂ ਨਹੀਂ ਸਨ ਜੋ ਕੀ ਹੈ ਵੀ ਇੱਕ ਕੁਰਾਨ ਦੇ ਅਨੁਸਾਰ ਹੀ ਉਹ ਵੀ ਕੰਮ ਕਰ ਲੈਣਗੇ, ਤੇ ਬਹੁਤ ਸਾਰੇ ਹੋਰ ਧਰਮ ਵੀ ਸਨ। ਹੁਣ ਉਹਨਾਂ ਦਾ ਕੀ ਹੋਵੇਗਾ, ਇਹ ਆਪਾਂ ਦੇਖਦੇ ਹਾਂ। ਉਹਨਾਂ ਨੂੰ ਇੱਕ ਹੋਰ ਕੈਟਾਗਰੀ ਵਿੱਚ ਰੱਖ ਦਿੱਤਾ ਗਿਆ, ਜਿਸ ਨੂੰ ਜਿਮੀ ਕਿਹਾ ਗਿਆ। ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਹੋਰ ਫਿਰ ਜੋ ਲੋਕ ਸਨ ਉਹਨਾਂ ਨੂੰ ਕਿਸ ਕੈਟਾਗਰੀ ਵਿੱਚ ਰੱਖਿਆ? ਜਿਮੀ ਵਿੱਚ, ਜਾਂ ਜਿਮੀ ਕੀ ਸੀ, ਇਹ ਪੁੱਛਿਆ ਜਾ ਸਕਦਾ ਹੈ। ਇਸ ਅਨੁਸਾਰ ਜੋ ਹੋਰ ਧਰਮਾਂ ਦੇ ਲੋਕ ਸਨ, ਜਿਵੇਂ ਜਿਊਜ਼ ਹੋ ਗਏ ਸੀ, ਕ੍ਰਿਸਚੀਅਨ ਹੋ ਗਏ, ਇਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈ ਲਈ ਗਈ। ਪਰ ਉਹਨਾਂ ਨੂੰ ਮੁਸਲਮਾਨ ਰੂਲਰਸ ਨੂੰ ਇੱਕ ਟੈਕਸ ਦੇਣਾ ਪੈਂਦਾ ਸੀ, ਜਿਸ ਨੂੰ ਜਜ਼ੀਆ ਕਿਹਾ ਜਾਂਦਾ ਸੀ। ਇਹ ਵੀ ਇੱਕ ਬਹੁਤ ਇੱਕ ਮਸ਼ਹੂਰ ਪੁਆਇੰਟ ਹੈ ਕਿ ਉਸਨੂੰ ਕੀ ਜਜ਼ੀਆ ਕੀ ਹੁੰਦਾ ਸੀ, ਤੇ ਇਹ ਟੈਕਸ ਹਿੰਦੂਆਂ ਨੂੰ ਦੇਣਾ ਪੈਂਦਾ ਸੀ ਕਿਉਂਕਿ ਉਹ ਮੁਸਲਮਾਨ ਨਹੀਂ ਸਨ। ਹੁਣ ਕੁਝ ਅਜਿਹੇ ਰੂਲਰਸ ਵੀ ਸੀ ਜੋ ਟੈਕਸ ਵਿੱਚ ਛੋਟ ਵੀ ਦਿੰਦੇ ਸੀ। ਜਿਵੇਂ ਕਿ ਤੁਸੀਂ ਯੋਧਾ ਅਕਬਰ ਮੂਵੀ ਵਿੱਚ ਦੇਖਿਆ ਹੋਵੇਗਾ ਕਿ ਅਕਬਰ ਨੇ ਤੀਰਥ ਯਾਤਰਾਵਾਂ ਤੇ ਜਾਣ ਵਾਲੇ ਲੋਕਾਂ ਦਾ ਜੋ ਰਿਲੀਜੀਅਸ ਜੋ ਕਿ ਰਿਲੀਜੀਅਸ ਉਹਨਾਂ ਦਾ ਟੈਕਸ ਸੀਗਾ, ਮਾਫ ਕਰ ਦਿੱਤਾ ਸੀ। ਤੇ ਇਸ ਤਰ੍ਹਾਂ ਜੋ ਮੁਸਲਿਮ ਰੂਲਰ ਸੀ ਉਹ ਦੂਜੇ ਰਿਲੀਜਨਸ ਨੂੰ ਵੀ ਰਿਸਪੈਕਟ ਦਿੰਦੇ ਹੁੰਦੇ ਸੀ। ਜਿਵੇਂ ਤੁਹਾਡੀ ਬੁੱਕ ਵਿੱਚ ਦਿਖਾਇਆ ਗਿਆ ਕਿ ਅਕਬਰ ਤੇ ਔਰੰਗਜ਼ੇਬ ਹੋਰ ਰਿਲੀਜਨਸ ਨੂੰ ਕਿੰਨੀ ਰਿਸਪੈਕਟ ਦਿੰਦੇ ਸੀ। ਅੱਗੇ ਆਪਾਂ 5.2 ਕਰਨ ਜਾ ਰਹੇ ਹਾਂ ਪੁਆਇੰਟ, ਦਾ ਪੋਪੂਲਰ ਪ੍ਰੈਕਟਿਸ ਆਫ ਇਸਲਾਮ। ਇਹਨਾਂ ਦੀਆਂ ਪ੍ਰਥਾਵਾਂ ਕਿਹੋ ਜਿਹੀਆਂ ਸਨ, ਰੀਤੀ ਰਿਵਾਜ ਕਿਹੋ ਜਿਹੇ ਸਨ। ਇਸ ਵਿੱਚ ਆਪਾਂ ਮੁੱਖ ਸਿਧਾਂਤ ਪੜਾਂਗੇ। ਇਸਲਾਮ ਧਰਮ ਦੇ ਜੋ 5 ਮੁੱਖ ਸਿਧਾਂਤ ਸਨ, ਜੋ ਜ਼ਰੂਰੀ ਹਨ, ਸਭ ਲਈ ਫੋਲੋ ਕਰਨਾ, ਸਾਰੇ ਮੁਸਲਮਾਨਾਂ ਲਈ ਫੋਲੋ ਕਰਨਾ ਹੀ ਜ਼ਰੂਰੀ ਸੀ। ਸਭ ਤੋਂ ਪਹਿਲਾਂ ਕੀ ਹੈ, ਮੁਸਲਮਾਨਾਂ ਨੇ ਇੱਕ ਹੀ ਗੋਡ ਨੂੰ ਪੂਜਣਾ ਹੈ, ਜੋ ਕਿ ਅੱਲਾਹ ਕਹਿੰਦੇ ਸਨ, ਤੇ ਪ੍ਰੋਫਿਟ ਮੁਹੰਮਦ ਉਸਦੇ ਮੈਸੇਂਜਰ ਹਨ। ਨੰਬਰ 2 ਕੀ ਹੈ, ਦਿਨ ਵਿੱਚ 5 ਵਾਰ ਨਮਾਜ਼ ਪੜ੍ਹਨੀ ਹੈ। ਅੱਗੇ 3rd ਨੰਬਰ ਤੇ ਆਪਾਂ ਕੀ ਰੱਖਾਂਗੇ, ਦਾਨ ਦੇਣਾ ਹੈ। ਹਰੇਕ ਲਈ ਇਹ ਦਾਨ ਦੇਣਾ ਵੀ ਜ਼ਰੂਰੀ ਸੀ। 4th ਕੀ ਹੈ, ਰਮਜ਼ਾਨ ਦੇ ਮਹੀਨੇ ਅੰਦਰ ਵਰਤ ਰੱਖਣੇ, ਜਿਨ੍ਹਾਂ ਨੂੰ ਉਹ ਰੋਜ਼ੇ ਕਹਿੰਦੇ ਸੀ, ਉਹ ਵੀ ਜ਼ਰੂਰੀ ਸੀ ਇਹਨਾਂ ਦੇ ਲਈ। ਤੇ 5th ਪੁਆਇੰਟ ਅਸੀਂ ਰੱਖ ਲੈਂਦੇ ਹਾਂ ਕਿ ਜੀਵਨ ਵਿੱਚ ਇੱਕ ਵਾਰ ਤੀਰਥ ਸਥਾਨ ਮੱਕਾ ਜਾਣਾ ਇਹਨਾਂ ਦੇ ਲਈ ਜ਼ਰੂਰੀ ਹੈ, ਜਿਸ ਨੂੰ ਉਹ ਹਜ ਕਹਿੰਦੇ ਹਨ। ਇਹ ਸਿਧਾਂਤ ਇਸਲਾਮ ਅੰਦਰ ਸਾਰਿਆਂ ਨੇ ਫੋਲੋ ਕਰਨੇ ਹੁੰਦੇ ਸੀ। ਕੁਝ ਭਿੰਨਤਾਵਾਂ ਵੀ ਸੀ ਇਸਲਾਮ ਦੇ ਅੰਦਰ। 2 ਕੈਟਾਗਰੀਆਂ ਹੁਣ ਅੱਗੇ ਬਣ ਗਈਆਂ ਸੀ ਮੁਸਲਮਾਨਾਂ ਦੀਆਂ, ਇੱਕ ਸ਼ੀਆ ਮੁਸਲਮਾਨ ਤੇ ਇੱਕ ਸੁੰਨੀ ਮੁਸਲਮਾਨ। ਤੇ ਅੱਗੇ ਸ਼ੀਆ ਦਾ ਇੱਕ ਹੋਰ ਸਬ ਪਾਰਟ ਸੀ, ਖੋਜਾਸ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਮੁਸਲਮਾਨਾਂ ਦੀਆਂ 2 ਕੈਟਾਗਰੀਜ਼ ਬਣ ਗਈਆਂ ਸੀ, ਸ਼ੀਆ ਅਤੇ ਸੁੰਨੀ, ਅਤੇ ਸ਼ੀਆ ਦੇ ਵਿੱਚੋਂ ਇੱਕ ਹੋਰ ਸਬ ਪਾਰਟ ਨਿਕਲਿਆ ਸੀ, ਖੋਜਾਸ। ਇਹਨਾਂ ਨੇ ਕੁਰਾਨ ਦੀਆਂ ਸਿੱਖਿਆਵਾਂ ਨੂੰ ਫੈਲਾਉਣ ਲਈ ਹਿੰਦੀ, ਪੰਜਾਬੀ, ਗੁਜਰਾਤੀ, ਮਰਾਠੀ, ਹੋਰ ਪਤਾ ਨਹੀਂ ਕਿੰਨੀਆਂ ਕੁ ਭਾਸ਼ਾਵਾਂ ਦੇ ਵਿੱਚ ਪੋਇਮਸ ਵਗੈਰਾ ਲਿਖੀਆਂ, ਤੇ ਉਹਨਾਂ ਲਿਖਤਾਂ ਦੇ ਨਾਲ ਇਹਨਾਂ ਨੇ ਕੀ ਆ, ਕੁਰਾਨ ਦੀਆਂ ਸਿੱਖਿਆਵਾਂ ਫੈਲਾਈਆਂ। ਇਹਨਾਂ ਲਿਖਤਾਂ ਨੂੰ ਜਿਨਾਰ ਕਿਹਾ ਗਿਆ, ਤੇ ਨੌਲੇਜ ਵੀ ਇਹਨਾਂ ਨੂੰ ਕਿਹਾ ਜਾਂਦਾ ਸੀ। ਹੁਣ ਇੱਕ ਹੋਰ ਕਮਿਊਨਿਟੀ ਆਈ, ਅਰਬ ਮੁਸਲਿਮ ਟ੍ਰੇਡਰਸ ਦੀ ਕਮਿਊਨਿਟੀ ਸੀ ਇਹ ਤੁਸੀਂ ਜੋ ਵੀ ਇਹ ਮੁਸਲਮਾਨ ਆਏ, ਅਲੱਗ-ਅਲੱਗ ਕਮਿਊਨਿਟੀਜ਼ ਆਈਆਂ, ਇਹਨਾਂ ਨੂੰ ਪੂਰੀ ਤਰ੍ਹਾਂ ਤੁਸੀਂ ਦਿਮਾਗ ਵਿੱਚ ਰੱਖਣਾ ਹੈ। ਇਹ ਜੋ ਨਵੀਂ ਕਮਿਊਨਿਟੀ ਸੀ, ਇਹ ਕੀ ਹੈ, ਅਰਬ ਮੁਸਲਿਮ ਟ੍ਰੇਡਰਸ ਦੀ ਸੀ। ਅਰਬ ਲੋਕ ਸਨ, ਉਹ ਮਾਲਾਬਾਰ ਕੋਸਟ ਵਿੱਚ ਸੈਟਲ ਹੋ ਗਏ, ਤੇ ਉਹਨਾਂ ਨੇ ਉੱਥੋਂ ਦੀ ਲੋਕਲ ਲੈਂਗੁਏਜ ਮਲਿਆਲਮ ਵੀ ਸਿੱਖ ਲਈ। ਉਹਨਾਂ ਨੇ ਉੱਥੋਂ ਦੇ ਲੋਕਾਂ ਦਾ ਜੋ ਲੋਕਲ ਟ੍ਰੈਡੀਸ਼ਨ ਸੀ, ਮੈਟਰੀਲਿਨੀ, ਉਸਨੂੰ ਵੀ ਅਪਣਾ ਲਿਆ। ਹੁਣ ਮੈਟਰੀਲਿਨੀ ਕੀ ਸੀ, ਇਹ ਵੀ ਤੁਹਾਨੂੰ ਇੱਕ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ। ਮੈਟਰੀਲਿਨੀ ਕੀ ਸੀ? ਜਿਸ ਵਿੱਚ ਲੜਕੀ ਵਿਆਹ ਤੋਂ ਬਾਅਦ ਆਪਣਾ ਘਰ ਛੱਡ ਕੇ ਨਹੀਂ ਜਾਂਦੀ ਸੀ, ਬਲਕਿ ਲੜਕਾ ਆਪਣਾ ਘਰ ਛੱਡ ਕੇ ਲੜਕੀ ਦੇ ਘਰ ਰਹਿਣ ਲਈ ਆ ਜਾਂਦਾ ਸੀ, ਭਾਵ ਉਹ ਘਰ ਜਵਾਈ ਬਣ ਜਾਂਦਾ ਸੀ। ਇਸ ਤਰ੍ਹਾਂ ਸ਼ੀਆ ਸੁੰਨੀ ਮੁਸਲਮਾਨਾਂ ਵਿੱਚ ਡਾਈਵਰਸਿਟੀ ਸੀ, ਭਿੰਨਤਾਵਾਂ ਸੀ, ਪਰ ਇਹਨਾਂ ਦੇ 5 ਸਿਧਾਂਤ ਜੋ ਆਪਾਂ ਪੜ੍ਹੇ ਹਨ, ਉਹ ਸਾਰੇ ਹੀ ਫੋਲੋ ਕਰਦੇ ਸੀ। ਇੱਕ ਹੋਰ ਜੋ ਡਾਈਵਰਸਿਟੀ ਸ਼ੋ ਹੁੰਦੀ ਹੈ ਤੇ ਸਿਮਿਲੈਰਿਟੀ ਵੀ, ਮਸਜਿਦ ਦੀ ਕੰਸਟਰਕਸ਼ਨ ਵਿੱਚ ਇੱਕ ਸਿਮਿਲੈਰਿਟੀ ਇਹ ਸੀ ਕਿ ਹਰ ਮਸਜਿਦ ਦਾ ਮੂੰਹ ਮੱਕਾ ਦੇ ਵੱਲ ਹੁੰਦਾ ਸੀ। ਦੂਸਰਾ,
ਮਿਹਰਾਬ ਭਾਵ ਪ੍ਰੇਅਰ ਕਰਨ ਦੀ ਜੋ ਜਗ੍ਹਾ ਹੁੰਦੀ ਸੀ ਮਸਜਿਦ ਦੇ ਵਿੱਚ ਤੇ ਮਿਨਾਬਾਰ ਦੀ ਜਗ੍ਹਾ ਇਹ ਨਿਸ਼ਚਿਤ ਹੁੰਦੀਆਂ ਸੀ। ਪਰ ਜੋ ਭਿੰਨਤਾ ਦੇਖਣ ਨੂੰ ਮਿਲੀ ਹੈ ਉਹ ਜਿਵੇਂ ਮਸਜਿਦ ਦੀਆਂ ਛੱਤਾਂ ਸਨ ਉਹਨਾਂ ਵਿੱਚ ਭਿੰਨਤਾ ਦੇਖਣ ਨੂੰ ਮਿਲੀ ਹੈ। ਜਿਵੇਂ ਕਈ ਮਸਜਿਦ ਦੀਆਂ ਛੱਤਾਂ ਤਾਂ ਉਹਨਾਂ ਦੇ ਉੱਤੇ ਗੁੰਬਦ ਬਣਿਆ ਹੁੰਦਾ ਸੀ ਤੇ ਕਈਆਂ ਦੀਆਂ ਛੱਤਾਂ ਅਲੱਗ ਤਰ੍ਹਾਂ ਦੀਆਂ ਹੁੰਦੀਆਂ ਸੀ। ਜਿਵੇਂ ਕਿ ਤੁਹਾਡੀ ਬੁੱਕ ਵਿੱਚ ਅਲੱਗ-ਅਲੱਗ ਇਹ ਸਟਰਕਚਰ ਦਿੱਤੇ ਹੋਏ ਹਨ। ਮਸਜਿਦ ਦੀਆਂ ਅਲੱਗ-ਅਲੱਗ ਤਸਵੀਰਾਂ ਦਿੱਤੀਆਂ ਹੋਈਆਂ ਹਨ ਕਿਸ ਤਰ੍ਹਾਂ ਦੀਆਂ ਸਨ। ਇਸ ਤਰ੍ਹਾਂ ਸਿਮਿਲੈਰਿਟੀਜ਼ ਵੀ ਸੀ ਤੇ ਡਿਸਸਿਮਿਲੈਰਿਟੀਜ਼ ਵੀ ਸੀ ਮੁਸਲਿਮ ਸਮਾਜ ਦੇ ਵਿੱਚ। ਇਸ ਤਰ੍ਹਾਂ ਬਿਲਡਿੰਗ ਮਟੀਰੀਅਲ ਵਿੱਚ ਵੀ ਅਲੱਗ-ਅਲੱਗ ਕੀ ਹੈ ਚੇਂਜਸ ਸਨ। ਕਿਸੇ ਬਿਲਡਿੰਗ ਦੇ ਵਿੱਚ ਅਲੱਗ ਤਰ੍ਹਾਂ ਦਾ ਮਸਜਿਦ ਬਣਾਉਣ ਦੇ ਲਈ ਮਟੀਰੀਅਲ ਲਗਾਇਆ ਜਾਂਦਾ ਸੀ, ਹੋਰ ਬਿਲਡਿੰਗ ਦੇ ਵਿੱਚ ਕਿਸੇ ਅਲੱਗ ਤਰ੍ਹਾਂ ਦਾ ਮਟੀਰੀਅਲ ਯੂਜ਼ ਕੀਤਾ ਜਾਂਦਾ ਸੀ। ਇਸ ਤਰ੍ਹਾਂ ਸਿਮਿਲੈਰਿਟੀਜ਼ ਵੀ ਸਨ ਤੇ ਕੁਝ ਭਿੰਨਤਾ